ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਪਲਵਿੰਦਰ ਠੁੱਲੀਵਾਲ। ਆਪ ਸਭ ਦਾ ਅੱਜ ਦੇ ਸ਼ੋਅ ਵਿੱਚ ਸਵਾਗਤ ਹੈ। ਪਿਛਲੇ 35-40 ਸਾਲਾਂ ਤੋਂ ਵਪਾਰਕ ਘਰਾਣਿਆਂ ਨੇ ਐਗਰੀਕਲਚਰ ਸੈਕਟਰ ਦੇ ਉੱਪਰ ਗਹਿਰੀ ਨਿਗਾਹ ਰੱਖੀ ਹੋਈ ਸੀ, ਪਰ ਕਿਸੇ ਸਰਕਾਰ ਦੀ ਹਾਲੇ ਤੱਕ ਹਿੰਮਤ ਨਹੀਂ ਪਈ ਸੀ ਕਿ ਉਹ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਫੇਰ-ਬਦਲ ਕਰ ਸਕੇ। ਪਰ ਹੁਣ ਮੋਦੀ ਸਰਕਾਰ ਐਗਰੀਕਲਚਰ ਸੈਕਟਰ ਦੇ ਵਿੱਚ 3 ਨਵੇਂ ਆਰਡੀਨੈਂਸ ਲੈ ਕੇ ਆਈ ਹੈ, ਜਿਸ ਨੂੰ ਲੈ ਕੇ ਸਰਕਾਰ ਵੱਡੇ ਦਾਅਵੇ ਤੇ ਵਾਅਦੇ ਕਰ ਰਹੀ ਹੈ। ਪਰ ਉਧਰ ਕਿਸਾਨ ਜਥੇਬੰਦੀਆਂ ਐਜੀਟੇਸ਼ਨ ਕਰ ਰਹੀਆਂ ਨੇ, ਉਹ ਆਪਣੇ ਧਰਨੇ ਮੁਜ਼ਾਹਰਿਆਂ ਤੇ ਉਤਰ ਆਈਆਂ ਨੇਗੀਆਂ। ਕੀ ਨੇ ਇਹ ਤਿੰਨੋਂ ਆਰਡੀਨੈਂਸ? ਕੀ ਇਹ ਕਿਸਾਨਾਂ ਦੇ ਹੱਕਾਂ ਵਿੱਚ ਨੇ ਜਾਂ ਨਹੀਂ? ਆਓ ਕਰਦੇ ਹਾਂ ਪੜਚੋਲ। ਪਹਿਲਾ ਆਰਡੀਨੈਂਸ ਹੈ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ 2020, ਭਾਵ ਖੇਤੀ ਉਤਪਾਦਨ, ਵਪਾਰ ਅਤੇ ਵਣਜ। ਹੁਣ ਤੱਕ ਕਿਸਾਨ ਆਪਣੀ ਫਸਲ APMC ਐਕਟ ਤਹਿਤ ਆਪਣੀ ਲੋਕਲ ਮੰਡੀ ਵਿੱਚ ਵੇਚਦਾ ਸੀ, ਪਰ ਹੁਣ ਇਹ ਆਰਡੀਨੈਂਸ ਆਉਣ ਦੇ ਨਾਲ ਕਿਸਾਨ ਨੂੰ ਖੁੱਲ੍ਹ ਹੋਵੇਗੀ ਕਿ ਉਹ ਆਪਣੀ ਫਸਲ ਕਿਤੇ ਵੀ ਲਿਜਾ ਕੇ ਵੇਚ ਸਕਦਾ, ਜਿੱਥੇ ਕਿਤੇ ਵੀ ਉਸਨੂੰ ਉਸਦੀ ਫਸਲ ਦਾ ਚੰਗਾ ਮੁੱਲ ਮਿਲਦਾ ਹੋਵੇ। ਦੂਜਾ ਆਰਡੀਨੈਂਸ ਹੈ ਫਾਰਮਰ ਐਗਰੀਮੈਂਟ ਔਨ ਪ੍ਰਾਈਜ਼ ਇੰਸ਼ੋਰੈਂਸ ਐਂਡ ਫਾਰਮ ਸਰਵਿਸ 2020, ਭਾਵ ਕਿਸਾਨ ਕੀਮਤਾਂ ਦਾ ਭਰੋਸਾ ਅਤੇ ਫਾਰਮ ਸੇਵਾਵਾਂ ਅਤੇ ਇਕਰਾਰਨਾਮਾ, ਜਿਸ ਦੇ ਤਹਿਤ ਕਿਸਾਨ ਅਤੇ ਖਰੀਦਦਾਰ ਦਾ ਫਸਲ ਤੋਂ 1 ਸਾਲ ਪਹਿਲਾਂ ਐਗਰੀਮੈਂਟ ਹੋਵੇਗਾ, ਜਿਸ ਵਿੱਚ ਲਿਖਿਆ ਜਾਵੇਗਾ ਕਿ ਕਿਹੜੀ ਫਸਲ ਬੀਜਣੀ ਹੈ ਤੇ ਕਿੰਨੀ ਮਾਤਰਾ ਵਿੱਚ ਬੀਜਣੀ ਹੈ, ਉਸ ਦੀ ਕੁਆਲਿਟੀ ਕਿਵੇਂ ਦੀ ਹੋਵੇਗੀ ਤੇ ਉਸ ਦਾ ਮੁੱਲ ਕੀ ਹੋਵੇਗਾ। ਉਹ ਖਰੀਦਦਾਰ ਕੋਈ ਕੰਪਨੀ ਵੀ ਹੋ ਸਕਦੀ ਹੈ, ਕੋਈ ਰਿਟੇਲਰ ਜਾਂ ਕੋਈ ਹੋਲਸੇਲਰ ਜਾਂ ਕੋਈ ਪ੍ਰਾਈਵੇਟ ਸੈਕਟਰ ਜਾਂ ਕੋਈ ਪ੍ਰਾਈਵੇਟ ਬੰਦਾ ਵੀ ਹੋ ਸਕਦਾ ਹੈ, ਪਰ ਉਸ ਦੇ ਕੋਲ ਪੈਨ ਕਾਰਡ ਹੋਣਾ ਜ਼ਰੂਰੀ ਹੈ। ਇਸ ਵਿੱਚ ਕਿਸਾਨ ਨੂੰ ਪਹਿਲਾਂ ਹੀ ਸਾਫ਼ ਹੋ ਜਾਵੇਗਾ ਕਿ ਉਸ ਦੀ ਫਸਲ ਕਿੰਨੇ ਮੁੱਲ ਵਿੱਚ ਵਿਕੇਗੀ। ਤੀਜਾ ਆਰਡੀਨੈਂਸ ਹੈ ਅਮੈਂਡਮੈਂਟਸ ਟੂ ਐਸੈਂਸ਼ੀਅਲ ਕਮੋਡਿਟੀ ਐਕਟ 1955, ਭਾਵ ਜ਼ਰੂਰੀ ਵਸਤਾਂ ਐਕਟ 1955 ਵਿੱਚ ਸੋਧ। ਪਹਿਲਾਂ ਕਈ ਫਸਲਾਂ ਨੂੰ ਸਟੋਰ ਕਰਨ ਤੇ ਇੱਕ ਕੈਪ ਲਗਾਈ ਹੋਈ ਸੀ ਕਿ ਤੁਸੀਂ ਇੰਨੀ ਮਾਤਰਾ ਵਿੱਚ ਹੀ ਫਸਲਾਂ ਆਪਣੇ ਕੋਲ ਸਟੋਰ ਕਰ ਸਕਦੇ ਹੋ, ਸੋ ਕੰਪਨੀਆਂ ਜਾਂ ਹੋਲਸੇਲਰ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਆਪਣੇ ਕੋਲ ਸਟੋਰ ਨਹੀਂ ਕਰ ਸਕਦੇ ਸੀ। ਹੁਣ ਸਰਕਾਰ ਨੇ ਆਲੂ, ਪਿਆਜ਼, ਦਾਲਾਂ, ਸਰੋਂ ਦੇ ਬੀਜ ਤੋਂ ਇਲਾਵਾ ਕਈ ਹੋਰ ਫਸਲਾਂ ਨੂੰ ਅਨਲਿਮਟਿਡ ਕੁਆਲਿਟੀ ਵਿੱਚ ਸਟੋਰ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ। ਸਿਰਫ ਕੁਝ ਕੁ ਹਾਲਤਾਂ ਵਿੱਚ ਸਰਕਾਰ ਹੁਣ ਇਸ ਭੰਡਾਰਨ ਸਮਰੱਥਾ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ, ਜਿਵੇਂ ਕਿ ਕਿਸੇ ਦੇਸ਼ ਦੇ ਨਾਲ ਜੰਗ ਲੱਗਣੀ ਜਾਂ ਕੋਈ ਕੁਦਰਤੀ ਆਫਤ ਆਉਣੀ ਜਾਂ ਫਿਰ ਪਿਛਲੇ 12 ਮਹੀਨੇ ਦੇ ਵਿੱਚ ਜਿਹੜੀ ਮਹਿੰਗਾਈ ਆ ਉਹ ਦੁੱਗਣੀ ਹੋ ਜਾਣੀ। ਇਹਨਾਂ ਤਿੰਨੋਂ ਆਰਡੀਨੈਂਸ ਦੇ ਆਪਾਂ ਥੋੜੇ ਜਿਹੇ ਪੋਜ਼ਿਟਿਵ ਪੱਖ ਹੋਰ ਦੇਖ ਲੈਂਦੇ ਹਾਂ। ਜਿਵੇਂ ਆਪਾਂ ਪਹਿਲੇ ਆਰਡੀਨੈਂਸ ਦੀ ਗੱਲ ਕਰ ਰਹੇ ਸੀਗੇ, ਜਿਸ ਵਿੱਚ ਵਨ ਇੰਡੀਆ ਵਨ ਐਗਰੀ ਮਾਰਕੀਟ ਦੀ ਗੱਲ ਕੀਤੀ ਗਈ ਹੈ। ਇਸ ਵਿੱਚ ਹੁਣ ਇੰਟਰਸਟੇਟ ਐਂਡ ਇੰਟਰਾਸਟੇਟ ਟ੍ਰੇਡ ਨੂੰ ਪ੍ਰਮੋਟ ਕੀਤਾ ਗਿਆ। ਹੁਣ ਮੰਡੀ ਸਿਸਟਮ ਨੂੰ ਖਤਮ ਕਰਕੇ ਇੱਕ ਫ੍ਰੀ ਟ੍ਰੇਡ ਲਿਆਂਦਾ ਗਿਆ ਗਾ। ਇਸ ਤੋਂ ਪਹਿਲਾਂ ਇੱਕ ਐਕਟ ਸੀ APMC ਐਕਟ, ਜਿਸ ਦੇ ਤਹਿਤ ਕਿਸਾਨ ਫਸਲ ਸਿਰਫ ਆਪਣੀ ਲੋਕਲ ਮੰਡੀ ਵਿੱਚ ਹੀ ਵੇਚ ਸਕਦਾ ਸੀਗਾ, ਪਰ ਹੁਣ ਕਿਸਾਨ ਆਪਣੀ ਫਸਲ ਕਿਸੇ ਵੀ ਰਾਜ ਵਿੱਚ ਜਾ ਕੇ ਵੇਚ ਸਕਦਾ, ਜਿੱਥੇ ਵੀ ਉਸਨੂੰ ਉਸਦੀ ਫਸਲ ਦਾ ਵੱਧ ਮੁੱਲ ਮਿਲਦਾ ਹੋਵੇ। ਖਰੀਦਦਾਰ ਨੂੰ ਵੀ ਕਿਹਾ ਗਿਆ ਕਿ ਉਹ ਕਿਸਾਨ ਨੂੰ ਉਸਦੀ ਫਸਲ ਦਾ ਭੁਗਤਾਨ ਸੇਮ ਡੇ ਹੀ ਕਰੇਗਾ, ਪਰ ਕੋਈ ਬੈਂਕ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਵੱਧ ਤੋਂ ਵੱਧ 3 ਬਿਜ਼ਨਸ ਡੇ ਦੇ ਵਿੱਚ ਜਿਹੜੀ ਕਿਸਾਨ ਦੀ ਫਸਲ ਦਾ ਭੁਗਤਾਨ ਹੋਣਾ ਜ਼ਰੂਰੀ ਹੋਵੇਗਾ। ਜੇਕਰ ਕਿਸਾਨ ਅਤੇ ਖਰੀਦਦਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਪੈਂਦਾ ਗਾ, ਕਿਸੇ ਕੰਟਰੈਕਟਰ ਨੂੰ ਲੈ ਕੇ ਕੋਈ ਡਿਸਪਿਊਟ ਹੁੰਦਾ ਗਾ, ਤਾਂ ਉਹ ਜ਼ਿਲ੍ਹੇ ਦਾ DC ਜਾਂ SDM ਇਸ ਝਗੜੇ ਨੂੰ 30 ਦਿਨਾਂ ਦੇ ਵਿੱਚ ਹੱਲ ਕਰੇਗਾ। ਕਿਸੇ ਵੀ ਹਾਲਤ ਵਿੱਚ ਕਿਸਾਨ ਦੀ ਜਿਹੜੀ ਜ਼ਮੀਨ ਆ ਉਸਨੂੰ ਹਥਿਆਇਆ ਨਹੀਂ ਜਾ ਸਕਦਾ। ਜੇਕਰ ਕਿਸਾਨ ਆਪਣੀ ਗੱਲ ਤੋਂ ਮੁੱਕਰਦਾ ਜਾਂ ਕੰਟਰੈਕਟਰ ਨੂੰ ਬ੍ਰੇਕ ਕਰਦਾ ਤਾਂ ਉਸਨੂੰ ਫਾਈਨ ਕੀਤਾ ਜਾ ਸਕਦਾ। ਪਰ ਇਸੇ ਕਰਕੇ ਸਾਡੇ ਸੈਂਟਰ ਮਿਨਿਸਟਰ ਨਰਿੰਦਰ ਤੋਮਰ ਜੀ ਨੇ ਵੀ ਕਿਹਾ ਗਿਆ ਕਿ ਇੰਡੀਆ ਗॉट ਇੰਡੀਪੈਂਡੈਂਸ ਇਨ 1947 ਬਟ ਦਾ ਕੰਟਰੀ ਫਾਰਮਰਜ਼ ਆਰ ਫ੍ਰੀ ਟੁਡੇ। ਆਓ ਹੁਣ ਇਸ ਦੇ ਕੁਝ ਨੈਗੇਟਿਵ ਪੱਖਾਂ ਤੇ ਵੀ ਝਾਤ ਮਾਰ ਲੈਂਦੇ ਹਾਂ। ਇਹ ਜੋ ਹੁਣ ਨਵਾਂ ਮਾਡਲ ਲੈ ਕੇ ਆਏ ਨੇ ਐਗਰੀਕਲਚਰ ਸੈਕਟਰ ਵਿੱਚ, ਇਹ ਗਲੋਬਲੀ ਫੇਲਡ ਮਾਡਲ ਹੈ। ਜਿਹੜਾ MSP ਹੈ ਉਹ ਸਿਰਫ ਪੰਜਾਬ ਅਤੇ ਹਰਿਆਣਾ ਵਿੱਚ ਮਿਲਦਾ ਹੈ। ਬਾਕੀ ਰਾਜਾਂ ਵਿੱਚ ਜਿਹੜੀ ਫਸਲਾਂ ਹੈਗੀਆਂ ਉਹ ਪੰਜਾਬ ਅਤੇ ਹਰਿਆਣਾ ਨਾਲੋਂ 400-500 ਪ੍ਰਤੀ ਕੁਇੰਟਲ ਘੱਟ ਰੇਟ ਤੇ ਵਿਕਦੀਆਂ ਨੇ। ਸੋ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਕੰਪਨੀਆਂ ਦੇ ਆਉਣ ਨਾਲ ਜਿਹੜੀ ਕਿਸਾਨਾਂ ਦੀ ਉਹ ਆਮਦਨ ਆ ਉਹ ਦੁੱਗਣੀ ਹੋ ਜਾਵੇਗੀ। ਪੰਜਾਬ ਵਿੱਚ 83% ਕਿਸਾਨ ਉਹ ਹਨ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਇਹਨਾਂ ਵਿੱਚੋਂ 74% ਉਹ ਹਨ ਜਿਨ੍ਹਾਂ ਕੋਲ 2.5 ਏਕੜ ਜਾਂ 2.5 ਏਕੜ ਤੋਂ ਘੱਟ ਜ਼ਮੀਨ ਹੈ। ਫਿਰ ਅਜਿਹੇ ਕਿਸਾਨ ਤੋਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਜਿਸ ਕਿਸਾਨ ਦੀ ਫਸਲ 1.5 ਜਾਂ 2 ਲੱਖ ਦੀ ਹੀ ਵਿਕਣੀ ਹੈ ਤੇ ਉਹ ਜਿਹੜਾ ਟਰਾਂਸਪੋਰਟ ਦਾ ਖਰਚਾ ਗਾ ਦੂਸਰੇ ਰਾਜ ਦੇ ਵਿੱਚ ਆਪਣੀ ਫਸਲ ਜਾਣ ਦਾ ਉਹ ਕਿੱਦਾਂ ਅਫੋਰਡ ਕਰ ਲਵੇਗਾ।
ਹੁਣ ਗੱਲ ਕਰਦੇ ਹਾਂ ਦੂਜੇ ਆਰਡੀਨੈਂਸ ਦੇ ਨੈਗੇਟਿਵ ਪੱਖਾਂ ਦੀ। ਜੋ ਕੰਟਰੈਕਟ ਐਗਰੀਕਲਚਰ ਦੀ ਗੱਲ ਕਹੀ ਹੈ, ਕੰਪਨੀਆਂ ਜਦੋਂ ਆਪਣੇ ਇੰਗਲਿਸ਼ ਵਿੱਚ ਬਣੇ ਕੰਟਰੈਕਟ ਤੇ ਸਾਈਨ ਕਰਵਾਉਣਗੀਆਂ ਤਾਂ ਬਹੁਤੇ ਕਿਸਾਨਾਂ ਨੂੰ ਇਹਨਾਂ ਦੀਆਂ ਟਰਮ ਕੰਡੀਸ਼ਨਾਂ ਨੇ ਜਿਹੜੀਆਂ ਉਹੀ ਸਮਝ ਵਿੱਚ ਨਹੀਂ ਆਉਣੀਆਂ। ਫਸਲ ਦੇ ਪੱਕਣ ਤੇ ਵੀ ਕੰਪਨੀਆਂ 100 ਨਖਰੇ ਕਰਿਆ ਕਰਨਗੀਆਂ, ਜਿਵੇਂ ਕਿ ਇਸ ਦਾ ਸਾਈਜ਼ ਛੋਟਾ ਹੈ, ਇਹ ਜਿਹੜੀ ਤੁਹਾਡੀ ਫਸਲ ਹੈ ਇਹ ਦਾਗੀ ਹੈ, ਜਾਂ ਇਹ ਫਸਲ ਦੀ ਕੁਆਲਿਟੀ ਉਹ ਨਹੀਂ ਹੈ ਜਿਹੜੀ ਅਸੀਂ ਸ਼ਰਤ ਦੇ ਵਿੱਚ ਲਿਖੀ ਸੀਗੀ, ਵਗੈਰਾ ਵਗੈਰਾ। ਸੋ ਇਸ ਤਰ੍ਹਾਂ ਕੰਪਨੀਆਂ ਤੇ ਫਾਰਮਰ ਦੇ ਵਿੱਚ ਜਿਹੜਾ ਡਿਸਪਿਊਟ ਵੱਧ ਸਕਦਾ ਗਾ। ਜਿਵੇਂ ਕਿ ਇਸ ਆਰਡੀਨੈਂਸ ਦੇ ਵਿੱਚ ਲਿਖਿਆ ਗਿਆ ਗਾ, ਜੇ ਕੋਈ ਡਿਸਪਿਊਟ ਹੁੰਦਾ ਗਾ ਫਾਰਮਰ ਐਂਡ ਕੰਪਨੀ ਦੇ ਵਿੱਚ ਤਾਂ ਉਹ ਰੌਲੇ ਨੂੰ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ 30 ਦਿਨ ਦੇ ਵਿੱਚ ਨਿਬੇੜੇਗਾ ਤੇ 3 ਬਿਜ਼ਨਸ ਡੇ ਦੇ ਵਿੱਚ ਕਿਹੜੀ ਕਿਸਾਨ ਨੂੰ ਉਹਦੀ ਫਸਲ ਦਾ ਭੁਗਤਾਨ ਕੀਤਾ ਜਾਏਗਾ। ਇੱਥੇ ਮੈਂ ਕਿਸਾਨ ਵੀਰਾਂ ਨੂੰ ਗੰਨਾ ਮਿੱਲਾਂ ਦੇ ਭੁਗਤਾਨ ਦੀ ਪ੍ਰਕਿਰਿਆ ਯਾਦ ਕਰਾਉਣੀ ਚਾਹੁੰਦਾਗਾ। ਉਸ ਦੇ ਵਿੱਚ ਵੀ ਲਿਖਿਆ ਗਿਆ ਸੀਗਾ ਕਿ ਜੇ ਗੰਨਾ ਮਿੱਲਾਂ 14 ਦਿਨ ਦੇ ਵਿੱਚ ਭੁਗਤਾਨ ਨਹੀਂ ਕਰਦੀਆਂ ਕਿਸਾਨ ਨੂੰ ਤਾਂ 15ਵੇਂ ਦਿਨ ਤੋਂ 15% ਵਿਆਜ ਦੇ ਨਾਲ ਜਿਹੜਾ ਜ਼ਿਲ੍ਹੇ ਦਾ ਡੀਸੀ ਹੈਗਾ ਉਹ ਗੰਨਾ ਮਿੱਲ ਤੋਂ ਕਿਸਾਨ ਨੂੰ ਪੈਸੇ ਦਿਵਾਏਗਾ। ਇੱਥੇ ਮੈਂ ਕਿਸਾਨ ਵੀਰਾਂ ਨੂੰ ਪੁੱਛਣਾ ਚਾਹੁੰਦਾਗਾ ਕਿ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਥੱਲੇ ਕਿ ਕਿੰਨੇ ਕੁ ਜਿਹੜੇ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਹਲੇ ਤੱਕ ਡੀਸੀ ਨੇ ਗੰਨਾ ਮਿੱਲਾਂ ਤੋਂ ਪੈਸੇ ਦਿਵਾਏ ਹੋਣ। ਸੋ ਗੰਨਾ ਮਿੱਲਾਂ ਦੇ ਭੁਗਤਾਨ ਵਰਗੇ ਹਾਲਾਤ ਦੁਬਾਰਾ ਬਣ ਸਕਦੇ ਨੇ ਇਹਨਾਂ ਕੰਪਨੀਆਂ ਦੇ ਕੰਟਰੈਕਟ ਕਰਨ ਦੇ ਨਾਲ। ਸੋ ਅਜਿਹੇ ਕੇਸਾਂ ਵਿੱਚ ਕੰਪਨੀਆਂ ਕੋਲ ਪੱਕੇ ਵਕੀਲ ਹੁੰਦੇ ਨੇ, ਪਰ ਵਿਚਾਰੇ ਕਿਸਾਨਾਂ ਨੂੰ ਤਾਂ ਜਿਹੜੀਆਂ ਡੀਸੀ ਤੇ ਜਿਹੜੀਆਂ ਕਾਨੂੰਨੀ ਪ੍ਰਕਿਰਿਆਵਾਂ ਨੇ ਉਹੀ ਸਮਝ ਵਿੱਚ ਨਹੀਂ ਆਉਣੀਆਂ। ਹੁਣ ਗੱਲ ਕਰਦੇ ਹਾਂ ਤੀਜੇ ਆਰਡੀਨੈਂਸ ਦੇ ਨੈਗੇਟਿਵ ਪੱਖਾਂ ਦੀ, ਜਿਸ ਵਿੱਚ ਅਨਾਜ ਅਤੇ ਸਬਜ਼ੀਆਂ ਦੀ ਸਟੋਰੇਜ ਦੀ ਖੁੱਲ੍ਹ ਦਿੱਤੀ ਗਈ ਹੈ। ਅਸਲ ਵਿੱਚ ਇਹ ਕਾਨੂੰਨ 1955 ਵਿੱਚ ਬਣਾਇਆ ਗਿਆ ਸੀਗਾ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ। ਉਦੋਂ ਅਨਾਜ ਦੀ ਪੈਦਾਵਾਰ ਬਹੁਤ ਘੱਟ ਹੁੰਦੀ ਸੀ ਅਤੇ ਭੁੱਖਮਰੀ ਬਹੁਤ ਜ਼ਿਆਦਾ ਸੀ। ਸੋ ਇਸ ਲਈ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ ਇਹ ਕਾਨੂੰਨ ਬਣਾਇਆ ਗਿਆ ਸੀਗਾ। ਹੁਣ ਜੋ ਇਸ ਐਕਟ ਵਿੱਚ ਸੋਧ ਕੀਤੀ ਗਈ ਹੈ, ਇਸ ਨਾਲ ਮਹਿੰਗਾਈ ਵਧੇਗੀ, ਲੋਕਾਂ ਦਾ ਸ਼ੋਸ਼ਣ ਹੋਵੇਗਾ, ਕਿਉਂਕਿ ਇਸ ਵਿੱਚ ਸਾਨੂੰ 3 ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇਗੀਆਂ। ਇੱਕ ਤਾਂ ਹੈ ਕਿਸਾਨ, ਇੱਕ ਹੈ ਵਪਾਰੀ ਤੇ ਇੱਕ ਹੈ ਕੰਜ਼ਿਊਮਰ ਭਾਵ ਉਪਭੋਗਤਾ। ਵਪਾਰੀ ਕਿਸਾਨ ਤੋਂ ਸਸਤੇ ਮੁੱਲ ਦੇ ਵਿੱਚ ਅਨਾਜ ਖਰੀਦ ਕੇ ਅਨਲਿਮਟਿਡ ਸਟੋਰੇਜ ਕਰੇਗਾ, ਬਾਅਦ ਦੇ ਵਿੱਚ ਕੰਜ਼ਿਊਮਰ ਨੂੰ ਮਹਿੰਗੇ ਮੁੱਲ ਤੇ ਵੇਚੇਗਾ, ਜਿਸ ਨਾਲ ਸ਼ਹਿਰਾਂ ਦੇ ਲੋਕਾਂ ਅਤੇ ਕਿਸਾਨਾਂ ਦਾ ਮਹਿੰਗਾਈ ਨਾਲ ਬੁਰਾ ਹਾਲ ਹੋ ਜਾਵੇਗਾ। ਇੱਥੇ ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਦੋਸਤੋ ਕਿ ਕਿਸਾਨ ਇੱਕ ਪ੍ਰੋਡਿਊਸਰ ਦੇ ਨਾਲ ਨਾਲ ਇੱਕ ਕੰਜ਼ਿਊਮਰ ਵੀ ਹੈ, ਕਿਉਂਕਿ ਜਿੱਥੇ ਉਹ ਚੌਲ ਕਣਕ ਵੇਚਦਾ ਹੈ ਉੱਥੇ ਉਹ ਦਾਲਾਂ ਸਬਜ਼ੀਆਂ ਫਲ ਮਸਾਲੇ ਆਦਿ ਖਰੀਦਦਾ ਵੀ ਹੈ। ਸੋ ਮਹਿੰਗਾਈ ਦੀ ਮਾਰ ਕਿਸਾਨ ਤੇ ਵੀ ਪਵੇਗੀ। ਹੁਣ ਗੱਲ ਕਰਦੇ ਹਾਂ ਸ਼ਾਂਤਾ ਕੁਮਾਰ ਕਮੇਟੀ ਦੀ, ਜਿਸ ਦਾ ਸੰਗਠਨ ਮੋਦੀ ਸਰਕਾਰ ਨੇ ਕੀਤਾ ਸੀ। ਇਸ ਕਮੇਟੀ ਤੋਂ ਪੁੱਛਿਆ ਗਿਆ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਿਵੇਂ ਕਰ ਸਕਦੇ ਹਾਂ, ਤਾਂ ਇਸ ਕਮੇਟੀ ਨੇ ਰਿਪੋਰਟ ਵਿੱਚ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਸਾਨੂੰ MSP ਭਾਵ ਮਿਨੀਮਮ ਸਪੋਰਟ ਪ੍ਰਾਈਸ ਨੂੰ ਖਤਮ ਕਰਨਾ ਪਵੇਗਾ, ਜਿਸ ਨਾਲ ਕਿਸਾਨ ਕ੍ਰੌਪ ਡਿਵਰਸੀਫਿਕੇਸ਼ਨ ਭਾਵ ਫਸਲ ਵਿਭਿੰਨਤਾ ਵੱਲ ਜਾਣਗੇ। ਕਰੰਟਲੀ ਜੇਕਰ ਆਪਾਂ ਦੇਖੀਏ ਜਿਹੜਾ CACP ਹੈ ਭਾਵ ਕਮਿਸ਼ਨ ਫਾਰ ਐਗਰੀਕਲਚਰ ਐਂਡ ਕ੍ਰੌਪ ਪ੍ਰਾਈਜ਼ ਜਿਹੜਾ MSP ਨਿਰਧਾਰਿਤ ਕਰਦਾ ਹੈ ਫਸਲਾਂ ਦੀ, ਇਸ CACP ਨੇ ਵੀ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਦਾ ਸਮਰਥਨ ਕੀਤਾ। ਉਹਨਾਂ ਦਾ ਕਹਿਣਾ ਕਿ ਜਿਹੜੀ MSP ਹੈ ਭਾਵ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹ ਖਤਮ ਕਰ ਦੇਣਾ ਚਾਹੀਦਾ, ਜਿਸ ਨਾਲ ਕਿਸਾਨ ਕ੍ਰੌਪ ਡਿਵਰਸੀਫਿਕੇਸ਼ਨ ਵੱਲ ਵਧੇਗਾ, ਜਿਸ ਨਾਲ ਪੰਜਾਬ ਦਾ ਪਾਣੀ ਬਚੇਗਾ ਤੇ ਜ਼ਮੀਨ ਵੀ ਬਚੇਗੀ। ਅਸੀਂ ਮੰਨਦੇ ਹਾਂ ਕਿ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ, ਪਰ ਪੰਜਾਬ ਵਿੱਚ 75 ਲੱਖ ਏਕੜ ਵਿੱਚ ਝੋਨਾ ਉਗਾਇਆ ਜਾਂਦਾ ਤੇ 85 ਲੱਖ ਏਕੜ ਵਿੱਚ ਕਣਕ ਉਗਾਈ ਜਾਂਦੀ ਹੈ। CACP ਇਹ ਕਣਕ ਝੋਨੇ ਦੇ ਨਾਲ ਨਾਲ 23-24 ਹੋਰ ਫਸਲਾਂ ਦਾ ਜਿਹੜਾ MSP ਹੈ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹ ਨਿਰਧਾਰਿਤ ਕਰਦਾ ਹੈ, ਪਰ ਸਰਕਾਰ ਕਣਕ ਝੋਨਾ ਕਪਾਹ ਤੋਂ ਇਲਾਵਾ ਹੋਰ ਕੋਈ ਫਸਲ ਚੁੱਕਦੀ ਹੀ ਨਹੀਂ, ਜਿਸ ਕਰਕੇ ਕਿਸਾਨ ਫਸਲੀ ਵਿਭਿੰਨਤਾ ਵੱਲ ਨਹੀਂ ਜਾ ਸਕਦੇ। ਇੱਥੇ ਦੋਸ਼ ਕਿਸਾਨਾਂ ਦਾ ਨਹੀਂ ਸਗੋਂ ਸਰਕਾਰਾਂ ਦਾ ਹੈ। ਜੇਕਰ ਸਰਕਾਰਾਂ ਬਾਕੀ ਫਸਲਾਂ ਨੂੰ ਵੀ MSP ਭਾਵ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦੇ ਤਾਂ ਕਿਸਾਨ ਕਿਉਂ ਨਹੀਂ ਫਸਲੀ ਵਿਭਿੰਨਤਾ ਵੱਲ ਜਾਵੇਗਾ। ਇਹਨਾਂ ਆਰਡੀਨੈਂਸਾਂ ਵਿੱਚ ਇਹ ਤਾਂ ਕਿਤੇ ਨਹੀਂ ਲਿਖਿਆ ਗਿਆ ਕਿ MSP ਹੁਣ ਤੋਂ ਹੀ ਖਤਮ ਕੀਤੀ ਗਈ ਹੈ, ਪਰ ਹੁਣ ਜੋ ਇਹ ਸੜਕ ਬਣਾਈ ਜਾ ਰਹੀ ਹੈ ਇਹ ਮੁੱਕਣੀ ਇੱਥੇ ਆ ਗਈ ਹੈ। ਆਉਣ ਵਾਲੇ 2-4 ਸਾਲਾਂ ਵਿੱਚ ਵੀ ਇਹਨਾਂ ਨੇ ਹੁਣ MSP ਦਾ ਭੋਗ ਵੀ ਪਾ ਹੀ ਦੇਣਾ ਹੈ। ਸੋ ਜੋ ਇਹ ਜਿੰਨੇ ਵੀ ਨਵੇਂ ਕਾਨੂੰਨ ਬਣਾਏ ਜਾ ਰਹੇ ਨੇ ਐਗਰੀਕਲਚਰ ਸੈਕਟਰ ਵਿੱਚ, ਇਹ ਸਾਰੇ ਦੇ ਸਾਰੇ ਕੋਆਪਰੇਟਿਵ ਘਰਾਣਿਆਂ ਲਈ ਤਾਂ ਫਾਇਦੇਮੰਦ ਹੋ ਸਕਦੇ ਨੇ, ਪਰ ਕਿਸਾਨਾਂ ਲਈ ਬਿਲਕੁਲ ਨਹੀਂ। ਅਸੀਂ ਬੀਤੇ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਐਗਰੀਕਲਚਰ ਸੈਕਟਰ ਵਿੱਚ ਇੰਨਾ ਵਾਧਾ ਹੋ ਗਿਆ, ਪੈਦਾਵਾਰ 5 ਗੁਣਾ ਹੋ ਗਈ ਹੈ। ਐਗਰੀਕਲਚਰ ਸੈਕਟਰ ਵਿੱਚ ਜਿਹੜਾ ਐਕਸਪੋਰਟ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਹੁਣ ਖੇਤੀ ਬਹੁਤ ਜ਼ਿਆਦਾ ਆਧੁਨਿਕ ਹੋ ਗਈ ਹੈ।
ਹਾਰਟੀਕਲਚਰ ਦੀ ਪ੍ਰੋਡਕਸ਼ਨ ਵੀ ਵੱਧ ਗਈ ਹੈ ਤੇ ਪੋਲਟਰੀ ਪ੍ਰੋਡਕਸ਼ਨ ਵੀ ਵੱਧ ਗਈ ਹੈ। ਪਰ ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਕਿਸਾਨ ਆ ਉਹਦਾ ਫਾਇਦਾ ਕਿੱਥੇ ਹੋਇਆਗਾ? ਜਿਹੜਾ ਕਿਸਾਨ ਆ ਉਹ ਅੱਜ ਵੀ ਰੁਲਦਾ ਪਿਆਗਾ ਤੇ ਅੱਜ ਵੀ ਉਹ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆਗਾ। ਇਸ ਲਈ ਜਦੋਂ ਵੀ ਕੋਈ ਮੰਤਰੀ ਬਾਰ-ਬਾਰ ਕਹੇ ਕਿ ਇਹ ਸਾਰੇ ਜਿਹੜੇ ਆਰਡੀਨੈਂਸ ਲੈ ਕੇ ਆਏ ਆ ਇਹ ਐਗਰੀਕਲਚਰ ਸੈਕਟਰ ਦੇ ਹੱਕ ਵਿੱਚ ਹਨ, ਤਾਂ ਉਹਨੂੰ ਤੁਸੀਂ ਪੁੱਛਿਆ ਕਰੋ ਕਿ ਇਹ ਫਾਰਮਰ ਦੇ ਹੱਕ ਵਿੱਚ ਹਨ? ਕਿਹੜੇ ਫਾਰਮਰ ਦੇ ਹੱਕ ਵਿੱਚ ਹਨ? ਵੱਡੇ ਫਾਰਮਰ ਦੇ ਹੱਕ ਵਿੱਚ ਹਨ, ਛੋਟੇ ਫਾਰਮਰ ਦੇ ਹੱਕ ਵਿੱਚ ਹਨ, ਜਾਂ ਫਿਰ ਦਰਮਿਆਨੇ ਫਾਰਮਰ ਦੇ ਹੱਕ ਵਿੱਚ ਹਨ? ਸੋ ਇਹ ਸਾਰੇ ਆਰਡੀਨੈਂਸ ਐਗਰੀਕਲਚਰ ਸੈਕਟਰ ਦੇ ਹਿੱਤ ਵਿੱਚ ਤਾਂ ਹੋ ਸਕਦੇ ਨੇ, ਪਰ ਕਿਸਾਨ ਦੇ ਹਿੱਤ ਵਿੱਚ ਬਿਲਕੁਲ ਨਹੀਂ। ਖਾਸ ਕਰਕੇ ਛੋਟੇ ਕਿਸਾਨ ਦੇ ਹਿੱਤ ਵਿੱਚ ਤਾਂ ਇਹ ਬਿਲਕੁਲ ਵੀ ਨਹੀਂ ਹਨ। ਸੋ ਸਾਡੇ ਯੂਥ ਨੂੰ ਸਿੰਗਰਾਂ ਦੀਆਂ ਲੜਾਈਆਂ ਚੋਂ ਨਿਕਲ ਕੇ ਇਹਨਾਂ ਆਰਡੀਨੈਂਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਨੂੰ ਆਪਣੀ ਹੀ ਜ਼ਮੀਨ ਤੇ ਮਜ਼ਦੂਰੀ ਕਰਨੀ ਪੈ ਸਕਦੀ ਹੈ। ਗੱਲ ਕੌੜੀ ਹੈ ਪਰ ਸੱਚੀ ਹੈ। ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋਗੇ। ਅਗਲੀ ਵਾਰ ਕਿਸੇ ਹੋਰ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਬਣਾਵਾਂਗਾ। ਧੰਨਵਾਦ। ਸਤਿ ਸ਼੍ਰੀ ਅਕਾਲ।